कैरियर। अगर ऐसा होवे तो बेटा नॉर्मल के चांसेस क्या है, मेन रिएक्शन की फोर्स से भी बना के आनी है। अब एंडिंग एक्सॉन को कवरिंग कौन करता है? In this process, the phenylalanine is converted into the tyrosine. ठीक है, ऐसा बड़ा कॉम्प्लेक्स है phenylalanine, ऐसा tyrosine से कन्वर्ट होता है। बेसिक जो हमारा मेटाबॉलिज्म है, it is catalyzed by a reaction that is phenylalanine hydroxylase enzyme होती है। phenylalanine hydroxylase enzyme होती है जो ਤੁਹਾਡੀ phenylalanine ਨੂੰ tyrosine ਦੇ ਵਿੱਚ ਕੀ ਕਰ ਰਹੀ ਹੈ ਬੇਟਾ, ਕਨਵਰਟ ਕਰ ਰਹੀ ਹੈ। This is the natural process, ਸਾਡਾ natural process ਹੈ ਬੋਡੀ ਦੇ ਵਿੱਚ, ਅਗਰ ਕੋਈ ਸਾਡੇ ਕੋਲ ਪ੍ਰੋਬਲਮ ਨਹੀਂ ਹੈਗੀ। ਤੇ ਇੱਕ ਸਾਡਾ ਐਂਜ਼ਾਈਮ ਹੋਰ ਹੁੰਦੀ ਹੈ ਬੇਟਾ ਡਾਈਹਾਈਡਰੋਜਨ ਰਿਡਕਟੇਸ, ਸਾਡੀ ਇਹ ਐਂਜ਼ਾਈਮ ਵੀ, ਤੇ ਦੋ ਐਂਜ਼ਾਈਮ ਸਾਡੇ ਫਿਨਾਈਲਐਲੈਨਿਨ ਨੂੰ ਟਾਇਰੋਸਿਨ ਚ ਕੀ ਕਰਦੀ ਹੈ ਬੇਟਾ, ਕਨਵਰਟ ਕਰਦੀ ਹੈ। ਠੀਕ ਹੈ, ਹੁਣ ਦੇਖੋ ਕਿ ਅਗਰ ਸਾਡੇ ਕੋਲ ਇਹ ਦੋ ਐਂਜ਼ਾਈਮਸ ਹੈਗੀਆਂ, ਅਗਰ ਮੰਨ ਲਓ ਡਿਫੈਕਟ ਹੋ ਜਾਣਗੀਆਂ, ਫਿਰ ਡਿਫੈਕਟ ਦਾ ਮਤਲਬ ਕੀ ਹੈ, ਇਹਨਾਂ ਦੇ ਜਿਹੜੇ ਜੀਨਸ ਹੈਗੇ ਜਿਹੜੇ ਸਾਡੇ ਐਂਜ਼ਾਈਮ ਨੂੰ ਕੋਡ ਕਰ ਰਹੇ ਆ, अगर उन्होंने विच कर म्यूटेशन आ जान बेटा, तो यह वाले एंजाइम साडे वर्क नहीं करनगे, जिदे करके साडा फिर फिनाइलएलैनिन साडे टायरोसिन दे विच कन्वर्ट नहीं होएगा। इनू आपां कहने फिनाइलकीटोनुरिया। की कहांगे इनू आपां फिनाइलकीटोनुरिया। साडी एक डिसऑर्डर हैगा जिदे विच बेटा साडी दो एंजाइम्स phenylalanine hydroxylase and these enzymes they get defected due to the mutation in their genes। ਉਹਨਾਂ ਦੇ ਜੀਨਸ ਜਿਹੜੇ ਹੈਗੇ ਉਹਨਾਂ ਵਿੱਚ ਕੀ ਆ ਜਾਂਦਾ, ਮਿਊਟੇਸ਼ਨ ਆ ਜਾਂਦਾ ਹੈ। ਇਹਨਾਂ ਦੇ ਕਾਰਨ ਦੋ ਜੀਨ ਸਾਡੇ ਪ੍ਰੋਪਰਲੀ ਵਰਕ ਨਹੀਂ ਕਰਦੇ, ਜਿਹਦੇ ਕਰਕੇ ਸਾਡਾ ਇਹ ਵਾਲਾ ਜਿਹੜਾ ਰਿਐਕਟੈਂਟ ਹੈਗਾ ਸਾਡਾ ਪ੍ਰੋਡਕਟ ਦੇ ਵਿੱਚ ਕਨਵਰਟ ਨਹੀਂ ਹੋਏਗਾ। ਇਹਦੇ ਕਰਕੇ ਸਾਡਾ ਇਹ ਰਿਐਕਟੈਂਟ ਦੀ ਐਕੂਮੂਲੇਸ਼ਨ ਕੀ ਹੋ ਜਾਏਗੀ, ਇੰਕਰੀਜ਼ ਹੋ ਜਾਏਗੀ। ਕੀ ਹੋਏਗੀ, ਇੰਕਰੀਜ਼, ਜਿਹਦਾ ਇਫੈਕਟ ਸਾਡੇ ਮੈਂਟਲ ਹੈਲਥ ਤੇ ਆਉਂਦਾ, ਜਿਹਦਾ ਇਫੈਕਟ ਸਾਡਾ ਕਿੱਥੇ ਆਏਗਾ, ਮੈਂਟਲ ਹੈਲਥ ਤੇ ਆਏਗਾ। ਠੀਕ ਹੈ, ਹੁਣ ਦੇਖੋ ਜਿਹੜਾ ਸਾਡਾ ਮੇਨ ਆਏਗਾ ਸਾਡਾ ਇਹ ਦੇਖੋ, ਸਭ ਤੋਂ ਪਹਿਲੀ ਗੱਲ ਕੀ ਹੈ, ਇਹ ਆਟੋਸੋਮਲ ਹੈਗਾ। ਆਟੋਸੋਮਲ ਦਾ ਮਤਲਬ ਕੀ ਹੈ ਬੇਟਾ, what is name of autosomal? दो क्रोमोसोम्स होते हैं, ऑटोसोमल ਤੇ एलोसोमल। ऑटोसोमल ਦਾ ਮਤਲਬ ਕੀ ਹੈ, सोमैटिक। ਕੀ ਮਤਲਬ ਹੈ, सोमैटिक क्रोमोसोम्स ਕੀ ਹੁੰਦੇ ਆ, the chromosome other than sex chromosome ਨੂੰ ਕੀ ਕਹਿੰਦੇ ਬੇਟਾ, ऑटोसोमल क्रोमोसोम्स। ਤੇ ਇਹ ਕੀ ਹੈ, रिसेसिव ਹੈ। ਕੀ ਹੈਗਾ ਜੀ, रिसेसिव। ਇਹ ਤਾਂ ਹੀ ਐਕਸਪ੍ਰੈਸ ਕਰੇਗਾ ਜਦੋਂ ਦੋਵੇਂ ਕ੍ਰੋਮੋਸੋਮ ਤੇ ਹੋਏਗਾ, ਤਾਂ ਹੀ ਐਕਸਪ੍ਰੈਸ ਕਰੇਗਾ ਜਦੋਂ, ਜਿਵੇਂ ਐਗਜ਼ਾਮਪਲ ਦੇਖੋ ਬੇਟਾ, ਇਹ ਕ੍ਰੋਮੋਸੋਮ ਹੈ, ਠੀਕ ਹੈ ਜੀ, ਇਹ ਕਿਆ ਕ੍ਰੋਮੋਸੋਮ, ਇਹਦੇ ਉੱਤੇ ਹਲਕਾ ਜਿਹਾ ਫਿਨਾਈਲਕੀਟੋਨੂਰਿਆ ਜਿਹੜੀ ਹੈਗੀ ਵਿੱਚ ਹੈਗੀ ਹੈ, ਪੀ ਆ ਗਿਆ, ਇਹ ਵੀ ਪੀ ਆ ਗਿਆ। ਹੁਣ ਇਹ ਰਿਸੈਸਿਵ ਹੈ, ਕੀ ਇਹ ਦੋਵੇਂ ਇਹ ਕ੍ਰੋਮੋਸੋਮ ਤੇ ਐਕਸਪ੍ਰੈਸ ਕਰੇਗਾ ਬੇਟਾ, ਹਾਂਜੀ ਐਕਸਪ੍ਰੈਸ ਕਰੇਗਾ ਨਹੀਂ, ਕਿਉਂਕਿ ਇਹ ਸਿੰਗਲ ਕ੍ਰੋਮੋਸੋਮ ਤੇ ਹੈਗਾ, ਸਿੰਗਲ ਕ੍ਰੋਮੈਟਿਡ ਤੇ, ਦੋ ਸੈਕਿੰਡ ਕ੍ਰੋਮੈਟਿਡ ਤੇ ਨਹੀਂ ਹੈਗਾ। ਇਹ ਕੀ ਹੈ, ਕੈਰੀਅਰ ਹੈ। ਇਹ ਕੀ ਹੈ ਬੇਟਾ, ਕੈਰੀਅਰ। ਅਗਰ ਇਦਾਂ ਹੋਵੇ ਤੇ ਇਹ ਕੀ ਹੈ, ਅਫੈਕਟਡ ਹੈ। ਇਹ ਮਤਲਬ ਹੁੰਦਾ ਰਿਸੈਸਿਵ। ਰਿਸੈਸਿਵ ਦਾ ਮਤਲਬ ਸਾਨੂੰ देखो बेटा, हम पहले भी करवाया सीगा, रिसेसिव का मतलब यह होता है बेटा, वो तद ही एक्सप्रेस करेगा जो दोवें क्रोमोसोम ते की आएगा, इफेक्ट आएगा, दोवें क्रोमैटिड्स ते की आएगा, इफेक्ट आएगा, ताही वो की करेगा, इफेक्ट। रिसेसिव हमेशा होमोजाइगस स्टेट च इफेक्ट करता है, रिसेसिव विच इफेक्ट करेगा होमोजाइगस। डिफेक्ट इन द एंजाइम दैट कन्वर्ट द फिनाइलएलैनिन टू द टायरोसिन। ठीक है, हुन ਇਹਦੇ ਵਿੱਚ ਕੀ ਹੁੰਦਾ, ਫਿਨਾਈਲਕੀਟੋਨੂਰਿਆ ਦੇ ਵਿੱਚ ਸਾਡੀ ਜਿਹੜੀ ਐਂਜ਼ਾਈਮ ਹੁੰਦੀ ਹੈ ਇਫੈਕਟ ਹੋ ਜਾਂਦੀ ਹੈ, ਜਿਹੜੀ ਕਿ ਫਿਨਾਈਲਐਲੈਨਿਨ ਨੂੰ ਟਾਇਰੋਸਿਨ ਚ ਕੀ ਕਰਦੀ ਹੈ, ਕਨਵਰਟ ਕਰਦੀ ਹੈ। ਤਾਂ ਸਮਝ ਲੱਗੀ ਗੱਲ, ਫਿਨਾਈਲਐਲੈਨਿਨ ਨੂੰ ਕਿੱਥੇ ਕਨਵਰਟ ਕਰਵਾਉਣਾ ਹੈ, ਟਾਇਰੋਸਿਨ ਚ। ਇਹ ਜਿਹੜੀ ਐਂਜ਼ਾਈਮ ਹੁੰਦੀ ਹੈ ਇਹ ਸਾਡੀ ਹੋ ਗਈ ਡਿਫੈਕਟ ਹੋ ਗਈ। ਕਿਉਂ ਡਿਫੈਕਟ ਹੋ ਗਈ, ਇਹ ਜਿਹੜਾ ਜੀਨ ਹੈਗਾ ਜਿਹੜਾ ਐਂਜ਼ਾਈਮ ਨੂੰ ਬਣਾਉਂਦਾ ਉਹਦੇ ਵਿੱਚ ਕੀ ਆ ਗਈ, ਮਿਊਟੇਸ਼ਨ ਆ ਗਈ। ਕੀ ਆ ਗਈ, ਇਹਦੇ ਵਿੱਚ ਮਿਊਟੇਸ਼ਨ ਆ ਗਈ। ਬਾਕੀ ਸਮਝ, ਹੁਣ ਇਹ ਜੀਨ ਕਿੱਥੇ ਹੈਗਾ, ਇਹ ਜੀਨ ਕਿੱਥੇ ਪ੍ਰੈਜ਼ੈਂਟ ਹੈਗਾ, सोमैटिक क्रोमोसोम ਤੇ ਕਿੱਥੇ ਪ੍ਰੈਜ਼ੈਂਟ ਹੈਗਾ ਬੇਟਾ, ਠੀਕ ਹੈ, ਇਹ ਕਿੱਥੇ ਪ੍ਰੈਜ਼ੈਂਟ ਹੈ, सोमैटिक क्रोमोसोम ਤੇ ਪ੍ਰੈਜ਼ੈਂਟ ਹੈਗਾ। ਹੁਣ ਇਹ ਜਿਹੜਾ ਫਿਨਾਈਲਐਲੈਨਿਨ ਹੈਗਾ, ਹੁਣ ਇਹਦਾ ਕੰਟੈਂਟ ਬਲੱਡ ਦੇ ਵਿੱਚ ਕੀ ਹੋ ਜਾਏਗਾ, ਜ਼ਿਆਦਾ। ਇਹਦਾ ਕੰਟੈਂਟ ਬਲੱਡ ਦੇ ਵਿੱਚ ਕੀ ਹੋ ਜਾਏਗਾ ਬੇਟਾ, ਜ਼ਿਆਦਾ ਹੋ ਜਾਏਗਾ, ਜਿਹਦੇ ਕਰਕੇ ਸਾਡੇ ਕੋਲ ਇਹ ਜਿਹੜਾ ਫਿਨਾਈਲ ਪਾਇਰੂਵੇਟ ਹੈਗਾ, ਇਹ ਸਾਡੀ ਯੂਰੀਨ ਦੇ ਵਿੱਚ ਆਣਾ ਕੀ ਹੋ ਜਾਏਗਾ, ਸ਼ੁਰੂ ਹੋ ਜਾਏਗਾ। ਮਤਲਬ ਜਿਹੜਾ ਫਿਨਾਈਲ, ਜਦੋਂ ਐਲੈਨਿਨ ਸਾਡਾ ਬਲੱਡ ਦੇ ਵਿੱਚ ਬਹੁਤ ਜ਼ਿਆਦਾ ਹੋ ਜਾਏਗਾ ਬੇਟਾ, ਤੇ ਇਹ ਜਿਹੜਾ ਕੰਪੋਨੈਂਟ ਹੈਗਾ अदर कंपाउंड ਦੀ ਫਾਰਮ ਸਾਡੀ ਯੂਰੀਨ ਦੇ ਵਿੱਚ ਆਣਾ ਕੀ ਹੋ ਜਾਏਗਾ ਬੇਟਾ, ਸ਼ੁਰੂ। ਜਿਵੇਂ ਸਾਡੀ ਬੋਡੀ ਜਦੋਂ ਸਾਡੇ ਗਲੂਕੋਜ਼ ਮੈਟਾਬੋਲਾਈਜ਼ ਨਹੀਂ ਹੁੰਦਾ, ਸਾਡਾ ਸ਼ੂਗਰ ਜਿਹੜਾ ਸ਼ੂਗਰ ਸਾਡੇ ਬੇਸਿਕਲੀ ਯੂਰੀਨ ਦੇ ਵਿੱਚ ਆਣਾ ਸ਼ੁਰੂ ਹੋ, ਇਦਾਂ ਹੀ ਇਹ ਸਾਡਾ ਕਨਸੈਪਟ ਹੈਗਾ ਕਿ ਇਹ ਸਾਡਾ ਫਿਰ ਸਾਡੀ ਯੂਰੀਨ ਦੇ ਵਿੱਚ ਆਣਾ ਸ਼ੁਰੂ ਹੋ ਜਾਏਗਾ। ਹੁਣ ਇਹਦੇ ਕਰਕੇ ਕੀ ਹੋਏਗਾ, ਇਹਦੇ ਕਰਕੇ ਕੀ ਹੋ ਸਕਦਾ, ਮੈਂਟਲ, ਇਹਦੇ ਕਰਕੇ ਸਾਡੇ ਅਨਟ੍ਰੀਟਡ ਕਾਜ਼ਸ ਐਲਬਿਨਿਜ਼ਮ। ਇਹਦਾ ਜਿਹੜਾ ਮੇਨ ਫੈਕਟ ਹੈਗਾ ਉਹ ਕੀ ਹੈ, ਮੈਂਟਲ ਰਿਟਾਰਡੇਸ਼ਨ।
मेंटल रिटार्डेशन ਦਾ ਸਾਡਾ ਵਿੱਚ ਮੇਨ ਕਨਸੈਪਟ ਆਂਦਾ ਤੁਹਾਡੀ ਬੁੱਕਸ ਲਿਖਿਆ ਹੈ ਕਿ ਜਿਹੜਾ ਇਹਦੇ ਕਰਕੇ ਸਾਨੂੰ ਕੋਲ ਜਿਹੜਾ ਮੇਨ ਫੈਕਟ ਕੀ ਆ ਰਿਹਾ ਦੈਟ ਇਜ਼ ਦਾ ਮੈਂਟਲ ਰਿਟਾਰडेशन ਠੀਕ ਹੈ ਹੁਣ ਇਹ ਦੇਖੋ ਕਨਸੈਪਟ ਹੈ ਐਂਜ਼ਾਈਮ ਹੈ ਬਾਇਓਕੈਮਿਸਟਰੀ ਦੇਖੋ ਧਿਆਨ ਨਾਲ ਇਹ ਦੇਖੋ ਬੇਟਾ फिनाइल एलानिन है कि एंजाइम है फिनाइल एलानिन हाइड्रोक्सिलेज है कि है बेटा साडी डाई है साडी बेसिक सेकंड साडी एंजाइम आती है दैट इज द डाईहाइड्रोरिडक्टेज ए दो एंजाइम जो साडी डिफेक्टिव हो जाती है बेटा जो साडी दो एंजाइम साडी की हो जाएंगी डिफेक्टिव हो जाएंगी साडा जो फिनाइल एलानिन है साडा टायरोसिन च कन्वर्ट नहीं होएगा ए मेन रिएक्शन की रिपोर्ट से बना के आनी है कि एदा कंटेंट साडा की होएगा फिर ब्लड ਦੇ ਵਿੱਚ ਕੀ ਹੋ ਜਾਏਗਾ ਬੇਟਾ इंक्रीज हो जाएगा तो जिदे करके साडे को की आएगा बेटा मेंटल रिटार्डेशन ठीक है ਇਹਦੇ ਕਰਕੇ साडे को की आएगा मेंटल ਤੁਹਾਡੀ ਇਹ बायोकेमिस्ट्री है ठीक है अच्छा इस तो बाद ਹੁਣ ਇਹਦੇ ਇਫੈਕਟਸ ਕੀ ਹੈਗੇ व्हाट आर द इफेक्ट्स ऑफ द फिनाइलकीटोनुरिया सब तो पहले की है ऑटोसोमल रिसेसिव जीन है ठीक है मेंटल रिटार्डेशन आ जाएगा फेलियर टू वॉक एंड टॉक फेलियर फॉर द ग्रोथ ठीक है ਤੇ ਇਹਦੇ ਵਿੱਚ ਸਾਡਾ ਜਿਹੜਾ ਮੇਨ ਕਨਸੈਪਟ ਹੀ ਹੈ ਤਿੰਨ ਹੀ ਯਾਦ ਰੱਖੋ ਤਿੰਨ ਹੀ ਬਹੁਤ ਤੁਹਾਡੇ ਵਿੱਚ ਬਹੁਤ ਹੈ ਮੈਂਟਲ ਰਿਟਾਰਡੇਸ਼ਨ ਦਾ ਯਾਦ ਰੱਖੋ ਤੁਹਾਨੂੰ ਕਹਿ ਤੁਹਾਨੂੰ ਨੋਟ ਨਹੀਂ ਕਰਨੀ ਮੇਨ ਇਹ ਹੈ ਯਾਦ ਰੱਖੋ ਮੈਂਟਲ ਰਿਟਾਰਡੇਸ਼ਨ फेलियर टू वॉक एंड टॉक एंड फेलियर फॉर द ग्रोथ ਹੁਣ ਇੱਥੇ ਕ੍ਰਾਸ ਆ ਨੈਕਸਟ ਤੱਕ ਕ੍ਰਾਸ ਆਏਗਾ ਹੁਣ how they affect the brain accumulation of phenylalanine in the brain impair the transport and metabolism of tryptophan and the tyrosine कहता कि ਜਦੋਂ phenylalanine ਸਾਡੇ ਬ੍ਰੇਨ ਦੇ ਵਿੱਚ ਬਹੁਤ ਜ਼ਿਆਦਾ ਹੋ ਜਾਏਗਾ ਤੇ ਸਾਡੇ ਕੋਲ ਐਂਜ਼ਾਈਮ ਤੇ ਹੈਗੀ ਨਹੀਂ ਜਿਹੜੀ phenylalanine ਨੂੰ ਕਿੱਥੇ ਕਨਵਰਟ ਕਰ ਰਹੀ ਹੈ ਟਾਇਰੋਸਿਨ ਦੇ ਵਿੱਚ ਕਨਵਰਟ ਕਰ ਰਹੀ ਹੈ ਜਿਹਦੇ ਕਰਕੇ ਸਾਡੇ ਕੋਲ ਜਿਹੜੀ ਸੈਰੋਟੋਨਿਨ ਦੀ ਜਿਹੜੀ ਸਿੰਥੇਸਿਸ ਹੈਗੀ ਹੈ ਇਹ ਕੀ ਹੋ ਜਾਏਗੀ डिक्रीज हो जाएगी है कि हो जाएगी बेटा डिक्रीज हो जाएगी जिदे करके साडे कोल माइलिन शेल बनना भी की हो जाएगा डिक्रीज हो जाएगा तो मतलब माइलिन शेल का फंक्शन की है माइलिन शेल की करता है बेटा याद है कुछ के नहीं न्यूरॉन्स याद है न्यूरॉन्स एक्सॉन डेंड्राइट्स नर्व एंडिंग एक्सॉन को कवरिंग कौन करता है सीक्वेंसेस बेटा एक्सॉन को कवरिंग जैसे ये देखो ये आपके पास न्यूरॉन्स ये आपके पास डेंड्राइट्स होते थे ऐसे ये आपके पास एक्सॉन है ये क्या होते थे नर्व एंडिंग तो ये जो आपके एक्सॉन है इसके ऊपर कवरिंग इसकी होती थी बाहर माइलिन ये माइलिन शेल क्या करता है नर्व इंपल्स की ट्रांसमिशन में क्या करता है हेल्प करता है मतलब कि जो सिग्नल है सिग्नल जैसे ए बेटा तुम पता होगा कि जैसे साडा है ए रिसेप्टर है साडे की है न्यूरॉन्स ए की है ब्रेन है बेटा जो न्यूरॉन्स है ना ਇਹਦੀ ਕਵਰਿੰਗ ਹੈ ਉਹ ਕਾਦੀ ਬਣੀ ਹੈ ਮਾਈਲਿਨ ਸ਼ੈਲਸ ਦੀ ਤੇ ਨਿਊਰॉन्स ਕੀ ਕਰਦੇ ਹੈ ਜਿਹੜਾ ਰਿਸੈਪਟਰ ਤੋਂ ਸਿਗਨਲ ਕਿੱਥੇ ਤੱਕ ਪਹੁੰਚਾਉਂਦੇ ਹੈ ਬ੍ਰੇਨ ਜੇ ਰਸਤਾ ਹੀ ਖਰਾਬ ਹੋ ਜਾਏ ਵਿੱਚ ਘਰ ਦਾ ਤੇ ਫਿਰ ਸਿਗਨਲ ਜਾਣਗੇ ਸਿਗਨਲ ਆਣਗੇ ਨਹੀਂ ਇਸ ਕਰਕੇ ਆਪਾਂ ਮੈਂਟਲ ਦੀ ਕੀ ਆਂਦੀ ਆਪਾਂ ਰਿਟਾਰਡੇਸ਼ਨ ਆ ਜਾਂਦੀ ਇਹਦੇ ਵਿੱਚ ਇਹ ਬੇਬਰਾ ਮੇਨ ਕਨਸੈਪਟ ਹੈਗਾ ਜਿਵੇਂ ਇੱਕ ਸ਼ਹਿਰ ਦੂਜੀ ਸ਼ਹਿਰ ਨਾਲ ਜਿਹੜਾ ਸਾਡਾ ਹੈਗਾ ਹਲਕਾ ਜਿਹਾ ਕਨੈਕਸ਼ਨ ਹੈ ਵਿੱਚ ਕਾ ਜੇ ਰੋਡ ਜੇਕਰ ਬ੍ਰੇਕ ਹੋ ਜਾਏ ਕਨੈਕਸ਼ਨ ਕੀ ਹੋ ਜਾਏਗਾ ब्रेक इट्स इंपल्स बहुत स्लो ट्रांसफर होंगे की होंगे ट्रांसफर बहुत स्लो क्योंकि इतनी सारी माइलिन शेल की हो चुकी है डिफेक्ट हो चुकी है क्लियर ਹੁਣ क्वेश्चन का आता है बेटा देखो क्वेश्चन व्हाट हैपन when unaffected carrier father married a unaffected carrier female इसमें आपके पास आप इसको ऐसे ले लीजिए आर ठीक है ये आर है आपके पास आर का मतलब है यहाँ पे अनअफेक्टेड है आर का मतलब क्या है अनअफेक्टेड इसमें आपके पास आर स्मॉल आर का मतलब क्या है ये नॉर्मल आ गया ये क्या आ गया नॉर्मल और ये क्या आ गया कैरियर
क्योंकि ये रिसेसिव है तो ये वाला क्या आएगा, अगर आर आर होगा तो ये वाला क्या आ जाएगा, अफेक्टेड। ये वाला क्या आ जाएगा, अफेक्टेड। तो अगर आपने बोला है कैरियर तो आप इसको ऐसे मल्टीप्लाई करवाएंगे आर 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 आर, तो इसको ऐसे करिए मल्टीप्लाई, चांसेस क्या आर 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 आर। तो बेटा नॉर्मल के चांसेस क्या है यहाँ पे, नॉर्मल चांसेस कितने हैं, एक, कैरियर कितने है, दो, अफेक्टेड कितना होएगा, एक। बस आपको यही पूछेगा इसमें नॉर्मल कितने हैं, ठीक है। इसमें आपको सेक्स नहीं पूछेगा, मेल फीमेल का नहीं पूछेगा, मेल क्या पूछेगा, नॉर्मल कितने हैं, एक, और आपके पास कैरियर कितने आएंगे, दो, और अफेक्टेड कितने आएंगे, एक। क्योंकि ये रिसेसिव है बेटा, ये याद रखना, रिसेसिव है, दोनों क्रोमोसोम पे चाहिए, रिसेसिव है ना, सिंगल क्रोमोसोम पे एक्सप्रेस नहीं करता, रिसेसिव है। क्लियर।